Hi guys, this is Harpreet Singh. Welcome back to the channel Mr. Singh Educations. Welcome to the Indian polity classes for all the competitive exams. Here students, you get all the competitive notes for polity subject for all the competitive exams. ਹੁਣ ਸਟੂਡੈਂਟਸ ਜਿਵੇਂ ਕਿ ਆਪਾਂ ਕੀ ਲਾਸਟ ਦੋ ਲੈਕਚਰਸ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀਤਾ ਕੰਸਟੀਟਿਊਂਟ ਅਸੈਂਬਲੀ ਕਿਵੇਂ ਬਣੀ। ਠੀਕ ਹੈ, ਕਿਉਂ ਕੰਸਟੀਟਿਊਂਟ ਅਸੈਂਬਲੀ ਦੇ ਕਾਰਨ ਕੀ ਪੜ੍ਹਨ ਦਾ, ਕਿਉਂਕਿ ਕੰਸਟੀਟਿਊਂਟ ਅਸੈਂਬਲੀ ਨੇ ਹੀ ਕੀ ਹੈ ਜਿਹੜਾ ਆਪਣੇ ਸੰਵਿਧਾਨ ਨੂੰ ਜਨਮ ਦਿੱਤਾ। ਠੀਕ ਹੈ, ਆਪਣੇ ਸੰਵਿਧਾਨ ਨੂੰ ਜਨਮਦਾਤਾ ਕੌਣ ਹੈ? ਉਹ ਹੈਗਾ ਜਿਹੜਾ ਹੈਗਾ ਸੰਵਿਧਾਨ ਸਭਾ ਹੈਗੀ ਹੈ। ਠੀਕ ਹੈ, ਉਹਨੂੰ ਆਪਾਂ ਮਾਕਾਦੀ ਕਹਿੰਦਾ। ਅਤੇ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕੌਣ ਹੈ? ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਆਈ ਹੋਪ ਗਾਇਸ ਤੁਹਾਨੂੰ ਇੰਨਾ ਪਹਿਲਾਂ ਤੋਂ ਹੀ ਪਤਾ ਹੋਏਗਾ, ਜੇ ਨਹੀਂ ਸੀ ਤਾਂ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜੇ ਲਾਸਟ ਕਲਾਸ ਦੇ ਵਿੱਚ ਫਸਟ ਕਲਾਸ ਦੇ ਵਿੱਚ ਆਪਾਂ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਦੀ ਫਸਟ ਕਲਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਹੈਗਾ ਕੰਸਟੀਟਿਊਂਟ ਅਸੈਂਬਲੀ ਬਣੇ ਕਿਵੇਂ, ਇਹ ਕੀ ਹੈ ਵੀ ਪ੍ਰਸਤਾਵ ਲਿਆਂਦਾ ਕਿਵੇਂ। ਠੀਕ ਹੈ, ਸਭ ਤੋਂ ਪਹਿਲਾਂ ਡਿਮਾਂਡ ਕਿੰਨੇ ਕੀਤੀ। ਠੀਕ ਹੈ, ਇਸ ਤੋਂ ਬਾਅਦ ਕੀ ਫਿਰ ਵੀ ਕੈਬਨਿਟ ਮਿਸ਼ਨ ਪਲਾਨ ਆਇਆ। ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਕੀ ਉਹਨਾਂ ਨੇ ਦੱਸਿਆ ਸੀ ਵੀ ਪ੍ਰੋਸੀਜਰ ਦੱਸਿਆ ਸੀ ਵੀ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਸੰਵਿਧਾਨ ਸਭਾ ਬਣਾਈ ਜਾਏਗੀ, ਉਹਦੇ ਮੈਂਬਰ ਇੰਨੇ ਹੋਣਗੇ। ਠੀਕ ਹੈ, 389 ਮੈਂਬਰ ਹੈਗੇ ਸੀ ਟੋਟਲ ਮੈਂਬਰਸ਼ਿਪ। ਫਿਰ ਉਹਨਾਂ ਨੂੰ ਕੀ ਡਿਸਟਰੀਬਿਊਟ ਕੀਤਾ ਹੋਇਆ ਸੀ ਕਿਵੇਂ ਪ੍ਰਿੰਸਲੀ ਸਟੇਟਸ ਦੇ ਵਿੱਚ, ਅਤੇ ਜਿਹੜੀ ਹੈਗੇ ਬ੍ਰਿਟਿਸ਼ ਸਟੇਟਸ ਪ੍ਰੋਵਿੰਸਿਸ ਹੈਗੇ ਸੀ ਉਹਨਾਂ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ ਸੀ। ਫਿਰ ਉਹਨਾਂ ਨੇ ਦੱਸਿਆ ਹੋਇਆ ਸੀ ਵੀ ਉਹਨਾਂ ਦੀ ਚੋਣ ਪ੍ਰਣਾਲੀ ਕਿਵੇਂ ਹੋਏਗੀ। ਠੀਕ ਹੈ, ਵੀ ਚੋਣ ਉਹਨਾਂ ਦੀ ਕਿਵੇਂ ਹੋਏਗੀ। ਠੀਕ ਹੈ, ਯੂਨੀਵਰਸਲ ਅਡਲਟ ਫਰੈਂਚਾਈਜ਼ ਹੈਗੀ ਸੀ ਜਾਂ ਫਿਰ ਕੀ ਹੈ ਜਿਹੜਾ ਹੈਗਾ ਸੀ ਅਨਲਿਮਿਟਡ ਫਰੈਂਚਾਈਜ਼ ਹੈਗੀ ਸੀ, ਲਿਮਿਟਡ ਫਰੈਂਚਾਈਜ਼ ਹੈਗੀ ਸੀ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਜ ਦੀ ਕਲਾਸ ਦੇ ਵਿੱਚ ਜੋ ਆਪਾਂ ਕਰਨਾ ਹੈ ਕੰਟੀਨਿਊ ਕਰਨਾ ਹੈ, ਉਸ ਬਾਰੇ ਆਪਾਂ ਜਿਹੜਾ ਹੈਗਾ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਕਮੇਟੀਜ਼ ਬਾਰੇ ਗੱਲ ਕਰਨੀ ਹੈ ਅੱਜ। ਠੀਕ ਹੈ, ਕਮੇਟੀਜ਼ ਤੋਂ ਪਹਿਲਾਂ ਆਪਾਂ ਕੁਛ ਹੋਰ ਗੱਲ ਕਰਦੇ ਵੀ ਜਿਹੜਾ ਕੀ ਕੰਸਟੀਟਿਊਂਟ ਅਸੈਂਬਲੀ ਨੇ ਜਿਹੜਾ ਕੀ ਹੈ ਕੁਝ ਹੋਰ ਛੋਟੇ ਛੋਟੇ ਕੰਮਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਸੰਵਿਧਾਨ ਸਭਾ ਨੇ ਜਿਹੜਾ ਹੈਗਾ ਸਹਿਯੋਗ ਦਿੱਤਾ ਪੂਰੇ ਦੇਸ਼ ਦੇ ਵਿੱਚ। ਉਹ ਕੀ ਹੈ? ਸਭ ਤੋਂ ਪਹਿਲਾਂ ਆਪਾਂ ਪੁਆਇੰਟ ਪੜ੍ਹਦੇ ਹੈਗੇ, ਇਟ ਰੈਟੀਫਾਈਡ ਦਾ ਇੰਡੀਆਜ਼ ਮੈਂਬਰਸ਼ਿਪ ਆਫ ਕਾਮਨਵੈਲਥ ਇਨ ਮੇ 1949। ਠੀਕ ਹੈ, ਕਾਮਨਵੈਲਥ ਦੇ ਵਿੱਚ ਜਿਹੜਾ ਹੈਗਾ ਇੰਡੀਆ ਦੀ ਜਿਹੜਾ ਹੈਗਾ ਤਾਂ ਨਾਮ ਦਰਜ ਕਰਾਇਆ। ਠੀਕ ਹੈ, ਕਦੋਂ ਕਰਾਇਆ? ਮੇ 1949 ਵਿੱਚ। ਬ੍ਰਿਟਿਸ਼ ਕਾਮਨਵੈਲਥ ਦਾ ਮਤਲਬ ਕੀ ਹੈ ਜਾਂ ਫਿਰ ਕਾਮਨਵੈਲਥ ਦਾ ਮਤਲਬ ਕੀ ਜਿਹੜੀ ਵੀ ਕੰਟਰੀ ਜਿਹੜੀ ਹੈਗੀ ਹੈ ਉਹ ਕੀ ਹੈ ਕਿਸੇ ਵੀ ਸਮੇਂ ਜਿਹੜਾ ਹੈਗਾ ਬ੍ਰਿਟਿਸ਼ ਅੰਪਾਇਰ ਦੇ ਅੰਡਰ ਜਿਹੜਾ ਰਹੀ ਹੈ ਉਹਨੂੰ ਕੀ ਹੈ ਕਾਮਨਵੈਲਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੈਕਿੰਡ ਪੁਆਇੰਟ ਕੀ ਕਹਿੰਦਾ ਹੈ? ਇਟ ਅਡੋਪਟਡ ਦਾ ਨੈਸ਼ਨਲ ਫਲੈਗ ਔਨ ਜਨਵਰੀ 22 1950। ਠੀਕ ਹੈ, ਹੁਣ ਕੀ ਹੈ ਜਨਵਰੀ 22 ਨੂੰ ਕੀ ਹੈ 1950 ਨੂੰ ਜਿਹੜਾ ਹੈਗਾ ਨੈਸ਼ਨਲ ਫਲੈਗ ਰਾਸ਼ਟਰੀ ਝੰਡੇ ਨੂੰ ਕੀ ਰਾਸ਼ਟਰੀ ਧਵਜ ਨੂੰ ਕੀ ਜਿਹੜਾ ਹੈਗਾ ਆਪਾਂ ਕੀ ਜਿਹੜਾ ਹੈਗਾ ਉਹਨੂੰ ਕੀ ਹੈ ਆਪਦੇ ਜਿਹੜਾ ਹੈਗਾ ਦੇਸ਼ ਦਾ ਜਿਹੜਾ ਹੈਗਾ ਇੱਕ ਰਾਸ਼ਟਰੀ ਝੰਡੇ ਨੂੰ ਘੋਸ਼ਿਤ ਕੀਤਾ। ਠੀਕ ਹੈ, ਅਤੇ ਇਹਨਾਂ ਦੇ ਡਿਜ਼ਾਈਨਰ ਕੌਣ ਸੀ? ਪੈਂਗਾਲੀ ਵੈਂਕੇ ਹੈਗੇ ਸੀ, ਜਿਨ੍ਹਾਂ ਨੇ 1921 ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਝੰਡੇ ਨੂੰ ਬਣਾਇਆ ਸੀ। ਅਤੇ ਉਹ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਕਿਹਨੂੰ ਕੀਤਾ ਸੀ? ਮਹਾਤਮਾ ਗਾਂਧੀ ਜੀ ਨੂੰ। ਉਸ ਤੋਂ ਬਾਅਦ ਕੀ ਹੋਇਆ ਜਿਹੜਾ ਹੈਗਾ ਆਪਣਾ ਝੰਡਾ ਕੀ ਇਵੋਲਵ ਹੁੰਦਾ ਰਿਹਾ। ਠੀਕ ਹੈ, ਹੌਲੀ ਹੌਲੀ ਜਿਹੜਾ ਹੈਗਾ ਉਹਦੇ ਵਿੱਚ ਚੇਂਜ ਲਿਆਂਦੇ ਗਏ ਤਾਂ ਅੱਜ ਜਿਹੜਾ ਹੈਗਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਆਪਣਾ ਤਿਰੰਗਾ ਹੈਗਾ ਇਸ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਜਿਹੜਾ ਹੈਗਾ 22 ਜਨਵਰੀ 1950 ਨੂੰ ਇਹਨੂੰ ਅਡੋਪਟ ਕੀਤਾ ਗਿਆ। ਅਤੇ ਇਹਨਾਂ ਦੇ ਡਿਜ਼ਾਈਨਰ ਕੌਣ ਨੇ? ਪੈਂਗਾਲੀ ਵੈਂਕਿਆ। ਆਈ ਹੋਪ ਗਾਈਜ਼ ਤੁਹਾਨੂੰ ਪਤਾ ਹੋਏਗਾ। ਤੁਸੀਂ ਇਹਦੇ ਲੈਂਥ ਅਤੇ ਬ੍ਰੈਥ ਦੇ ਜਿਹੜਾ ਹੈਗਾ ਲੈਂਥ ਅਤੇ ਬ੍ਰੈਥ ਦੀ ਰੇਸ਼ੋ ਕਿੰਨੀ ਹੈਗੀ ਹੈ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਹੋਏਗਾ। ਅੱਗੇ ਆਪਾਂ ਨੈਕਸਟ ਪੁਆਇੰਟ 'ਤੇ ਚੱਲਦੇ ਹਾਂ। ਨੈਕਸਟ ਪੁਆਇੰਟ ਗੱਲ ਕਰਦਾ ਇਟ ਅਡੋਪਟਡ ਦਾ ਨੈਸ਼ਨਲ ਐਂਥਮ ਔਨ ਜਨਵਰੀ 24 1950। ਹੁਣ ਕੀ ਨੈਸ਼ਨਲ ਐਂਥਮ ਆਪਣੇ ਰਾਸ਼ਟਰੀ ਗਾਨ ਨੂੰ ਜਿਹੜਾ ਹੈਗਾ ਜਨਵਰੀ 24 ਨੂੰ ਜਿਹੜਾ 1950 ਦੇ ਵਿੱਚ ਉਹਨੂੰ ਵੀ ਅਡੋਪਟ ਕੀਤਾ। ਠੀਕ ਹੈ, ਉਹਨੂੰ ਵੀ ਆਪਣੇ ਦੇਸ਼ ਦੇ ਜਿਹੜਾ ਹੈਗਾ ਦੇਸ਼ ਦੇ ਵਿੱਚ ਸ਼ਾਮਿਲ ਕੀਤਾ। ਅਤੇ ਇਹ ਰਾਸ਼ਟਰੀ ਗਾਨ ਜਿਹੜਾ ਹੈਗਾ ਉਹ ਕਿਹੜਾ ਹੈਗਾ ਆਪਣਾ ਜਨ ਗਣ ਮਨ। ਅਤੇ ਜਨ ਗਣ ਮਨ ਦਾ ਜਿਹੜਾ ਹੈਗਾ ਰਚਨਾਕਾਰ ਕੌਣ ਹੈ? ਠੀਕ ਹੈ, ਉਹਨਾਂ ਦੀ ਜਿਹੜੇ ਹੈਗੇ ਰਾਈਟਰ ਕੌਣ ਹੈਗਾ? ਉਹ ਹੈਗਾ ਰਾਬਿੰਦਰ ਨਾਥ ਟੈਗੋਰ ਜੀ ਹੈਗੇ ਨੇ, ਜਿਨ੍ਹਾਂ ਨੇ ਕੀ ਹੈ ਜਿਹੜਾ ਆਪਣਾ ਹੈਗਾ ਰਾਸ਼ਟਰੀ ਗਾਨ ਨੂੰ ਲਿਖਿਆ ਹੈਗਾ। ਅਤੇ ਰਾਸ਼ਟਰੀ ਗਾਨ ਕੀ ਪੂਰੇ ਦੇਸ਼ ਦੀ ਜਿਹੜੀ ਹੈਗੀ ਹੈ ਨਾ ਪੂਰੇ ਦੇਸ਼ ਨੂੰ ਇੱਕ ਮਤਲਬ ਕਿ ਗਾਣ ਦੇ ਵਿੱਚ ਜਿਹੜਾ ਹੈਗਾ ਪੂਰੀ ਤਰ੍ਹਾਂ ਆਪਾਂ ਨੂੰ ਕੀ ਸੰਬੋਧਿਤ ਕਰ ਦਿੰਦਾ, ਐਲੈਬੋਰੇਟ ਕਰ ਦਿੰਦਾ ਵੀ ਆਪਣਾ ਦੇਸ਼ ਜਿਹੜਾ ਹੈਗਾ ਨਾ ਵੀ ਇਸ ਤਰ੍ਹਾਂ ਹੈਗਾ। ਠੀਕ ਹੈ, ਵੀ ਆਹ ਚੀਜ਼ਾਂ ਇਹਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਹੈ, ਆਈ ਹੋਪ ਗਾਈਜ਼ ਜਿਨ੍ਹਾਂ ਨੇ ਰੋਜ਼ ਗਾਉਂਦੇ ਹੋਣੇ ਤਾਂ ਉਹ ਕੀ ਹੈ ਧਿਆਨ ਵੀ ਦਿੰਦੇ ਹੋਣੇ ਨੇ, ਅਤੇ ਜਿਨ੍ਹਾਂ ਨਹੀਂ ਦਿੱਤਾ ਤੁਸੀਂ ਦੁਬਾਰਾ ਤੋਂ ਉਸ ਚੀਜ਼ ਨੂੰ ਜਿਹੜਾ ਹੈਗਾ ਆਪਦੇ ਦਿਮਾਗ 'ਚ ਲਿਆਉਣਾ, ਉਹਨੂੰ ਪੜ੍ਹਨਾ ਅਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਚੀਜ਼ ਨੂੰ ਦੇਖਣਾ ਵੀ ਆਪਣੇ ਕਿਵੇਂ ਜਿਹੜਾ ਹੈਗਾ ਕਿਸ ਤਰ੍ਹਾਂ ਰਾਸ਼ਟਰੀ ਗਾਨ ਜਿਹੜਾ ਹੈਗਾ ਆਪਣੇ ਦੇਸ਼ ਦੇ ਪੂਰੀ ਜਿਹੜੀ ਹੈਗੀ ਹੈ ਦੇਸ਼ ਦੀ ਭੂਗੋਲਿਕ ਸਥਿਤੀ ਨੂੰ ਕੀ ਹੈ ਬਿਆਨ ਕਰਦਾ ਹੈ।
ਤਾਂ ਜਿਹੜਾ ਹੈਗਾ ਅਗਲਾ ਜਿਹੜਾ ਪੁਆਇੰਟ ਹੈਗਾ 4th ਪੁਆਇੰਟ ਦੀ ਗੱਲ ਕਰੀਏ, ਉਹ ਹੀ ਗੱਲ ਕਰਦਾ ਹੈ ਇਟ ਅਡੋਪਟਡ ਦਾ ਨੈਸ਼ਨਲ ਸੌਂਗ ਔਨ ਜਨਵਰੀ 24 1950। ਠੀਕ ਹੈ, ਹੁਣ ਕੀ ਹੈ ਨੈਸ਼ਨਲ ਸੌਂਗ ਆਪਣਾ ਜਿਹੜਾ ਹੈਗਾ ਰਾਸ਼ਟਰੀ ਗੀਤ ਜਿਹੜਾ ਹੈਗਾ ਵੰਦੇ ਮਾਤਰਮ, ਉਹਨੂੰ ਕੀ ਹੈ ਜਨਵਰੀ 24 1950 ਨੂੰ ਉਹਨੂੰ ਵੀ ਅਡੋਪਟ ਕੀਤਾ, ਉਹਨੂੰ ਵੀ ਆਪਣੇ ਦੇਸ਼ ਦੇ ਵਿੱਚ ਸ਼ਾਮਿਲ ਕੀਤਾ। ਠੀਕ ਹੈ, ਉਹਨੂੰ ਕੀ ਹੈ ਰਾਸ਼ਟਰੀ ਜਿਹੜਾ ਗੀਤ ਦਾ ਦਰਜਾ ਦਿੱਤਾ। ਤੇ ਠੀਕ ਹੈ, ਇਹ ਕੀ ਹੈ ਕਿਸ ਪਰ ਵਿਅਕਤੀ ਨੇ ਲਿਖਿਆ ਸੀ, ਤਾਂ ਉਹ ਵਿਅਕਤੀ ਦਾ ਤੁਸੀਂ ਕੀ ਨਾਮ ਕੀ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਦੱਸਣਾ ਵੀ ਇਹ ਕਿਹੜੇ ਵਿਅਕਤੀ ਦੀ ਰਚਨਾ ਹੈਗੀ ਹੈ। 5th ਪੁਆਇੰਟ ਗੱਲ ਕਰਦਾ ਜਿਹੜਾ 5th ਪੁਆਇੰਟ ਜਿਹੜਾ ਕੰਸਟੀਟਿਊਸ਼ਨ ਅਸੈਂਬਲੀ ਦਾ 5th ਪੁਆਇੰਟ ਕੰਮ ਹੈਗਾ ਉਹ ਇਹ ਸੀ ਇਟ ਇਲੈਕਟਡ ਡਾਕਟਰ ਰਾਜੇਂਦਰ ਪ੍ਰਸਾਦ ਐਜ਼ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਹੁਣ ਕੀ ਫਸਟ ਪ੍ਰੈਜ਼ੀਡੈਂਟ ਇੰਡੀਆ, ਠੀਕ ਹੈ, ਕੰਸਟੀਟਿਊਸ਼ਨ ਅਸੈਂਬਲੀ ਨੇ ਸੰਵਿਧਾਨ ਸਭਾ ਨੇ ਕੀ ਹੈ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਆਜ਼ਾਦ ਦੇਸ਼ ਦਾ ਪਹਿਲੇ ਜਿਹੜਾ ਹੈਗਾ ਰਾਸ਼ਟਰਪਤੀ ਬਣਾਇਆ। ਠੀਕ ਹੈ, ਕਦੋਂ ਬਣਾਇਆ 24 ਜਨਵਰੀ 1950 ਨੂੰ ਬਣਾਇਆ। ਅੱਗੇ ਕੀ ਗੱਲ ਕਰਦੇ ਵੀ ਕੰਸਟੀਟਿਊਂਟ ਅਸੈਂਬਲੀ ਨੇ ਕਿੰਨਾ ਸਮਾਂ ਲਿਆ ਸੰਵਿਧਾਨ ਨੂੰ ਬਣਾਉਣ ਦੇ ਵਿੱਚ। ਠੀਕ ਹੈ, ਸੰਵਿਧਾਨ ਨੂੰ ਬਣਿਆ, ਠੀਕ ਹੈ, ਉਹਨੂੰ ਕਿੰਨਾ ਸਮਾਂ ਲੱਗਿਆ ਸੰਵਿਧਾਨ ਬਣਨ 'ਤੇ, ਇਹ ਸਾਰੀ ਗੱਲਾਂ ਆਪਾਂ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਜਿਹੜਾ ਗੱਲ ਕਰਦੇ ਹਾਂ ਦਾ ਕੰਸਟੀਟਿਊਂਟ ਅਸੈਂਬਲੀ ਹੈਡ 11 ਸੈਸ਼ਨਸ ਓਵਰ 2 years 11 months ਐਂਡ 18 days। ਠੀਕ ਹੈ, ਸੰਵਿਧਾਨ ਜਿਹੜਾ ਬਣਿਆ ਉਹ ਕਦੋਂ ਕਿੰਨੇ ਸਮੇਂ ਦੇ ਵਿੱਚ ਬਣਾ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਬਣਿਆ, ਇਹ ਹੈਗਾ ਸਮਾਂ। ਤੇ ਕਿੰਨੇ ਸੈਸ਼ਨ ਇਹਦੇ ਜਿਹੜੇ ਹੈਗੇ ਸੀ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਦੇ ਵਿੱਚ ਜਿਹੜਾ ਬਣਿਆ ਉਹ 11 ਸੈਸ਼ਨ ਹੈਗੇ ਸੀ। ਤੇ ਲਾਸਟ ਜਿਹੜਾ ਹੈਗਾ 11ਵਾਂ ਸੈਸ਼ਨ ਹੈਗਾ ਉਹ ਕੀ ਹੈ 24 ਜਨਵਰੀ 1950 ਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਕੀਤਾ ਗਿਆ। ਠੀਕ ਹੈ, ਤੇ ਹੁਣ ਜਿਹੜਾ ਹੈਗਾ ਨੈਕਸਟ ਅਗਲਾ ਪੁਆਇੰਟ ਹੈਗਾ ਉਹ ਕੀ ਗੱਲ ਕਰਦਾ ਦ ਕੰਸਟੀਟਿਊਸ਼ਨ ਮੇਕਰਸ ਹੈਡ ਗੋਨ ਥਰੂ ਦ ਕੰਸਟੀਟਿਊਸ਼ਨ ਅਬਾਊਟ 60 ਕੰਟਰੀਜ਼। ਠੀਕ ਹੈ, ਹੁਣ ਜਿਹੜਾ ਹੈਗਾ ਆਪਣਾ ਸੰਵਿਧਾਨ ਹੈਗਾ ਉਹ ਕੀ 60 ਦੇਸ਼ਾਂ ਦੇ ਵਿੱਚੋਂ ਜਿਹੜਾ ਹੈਗਾ ਲਿਆ ਗਿਆ ਹੈਗਾ। ਕੀ ਜਿਹੜੇ ਹੈਗਾ ਆਪਣੇ ਲੀਗਲ ਐਡਵਾਈਜ਼ਰ ਜਿਹੜੇ ਹੈਗੇ ਸੀ BN ਰਾਓ ਜਿਹੜੇ ਹੈਗੇ ਸੀ, BN ਰਾਓ ਨੇ ਕੀ ਕੀਤਾ ਵੀ ਜਿਹੜੇ ਅਲੱਗ-ਅਲੱਗ ਕੰਟਰੀਜ਼ ਦਾ ਸੰਵਿਧਾਨ ਪੜ੍ਹਿਆ, ਉਹਦੇ ਵਿੱਚ ਜਿਹੜੀ ਚੀਜ਼ ਉਹਨਾਂ ਨੂੰ ਲੱਗਿਆ ਵੀ ਹਾਂ ਇਹ ਚੀਜ਼ ਜਿਹੜੀ ਹੈ ਆਪਣੇ ਦੇਸ਼ ਦੇ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ, ਇਹ ਦੇਸ਼ ਦੀ ਜਿਹੜੀ ਕੋਈ ਵੀ ਕਾਨੂੰਨ ਹੈਗਾ ਇਹ ਸਾਡੇ ਦੇਸ਼ ਲਈ ਹੈਲਪਫੁਲ ਹੋਏਗਾ, ਤਾਂ ਉਹਨੂੰ ਕੀ ਜਿਹੜਾ ਉਹਨਾਂ ਨੇ ਉੱਥੋਂ ਅਡੋਪਟ ਕੀਤਾ ਅਤੇ ਆਪਣੇ ਦੇਸ਼ ਦੇ ਵਿੱਚ ਇਨਕਲੂਡ ਕਰ ਦਿੱਤਾ। ਠੀਕ ਹੈ, ਸੰਵਿਧਾਨ ਸਭਾ ਦੇ ਵਿੱਚ ਉਹਨੂੰ ਸੰਵਿਧਾਨ ਦੇ ਵਿੱਚ ਉਹਨੂੰ ਸ਼ਾਮਿਲ ਕੀਤਾ। ਤੇ ਇਹ ਜਿਹੜਾ ਡਰਾਫਟ ਬਣਨ 'ਤੇ ਟਾਈਮ ਜਿਹੜਾ ਲੱਗਿਆ 6 ਮਹੀਨੇ ਤੋਂ ਘੱਟ ਲੱਗਿਆ। ਤੇ ਇਹ ਜਿਹੜਾ ਡਰਾਫਟ ਨੂੰ ਜਿਹੜਾ ਹੈਗਾ ਕੰਸੀਡਰ ਕੀਤਾ, ਉਹਨੂੰ ਕੀ ਜਿਹੜਾ ਹੈਗਾ 114 ਦਿਨਾਂ ਦੇ ਵਿੱਚ ਉਹਨੂੰ ਕੰਸੀਡਰ ਕੀਤਾ, ਉਹਦੇ ਵਿੱਚ ਧਿਆਨ ਦਿੱਤਾ ਗਿਆ ਵੀ ਹਾਂ ਸਹੀ ਹੈ, ਕੋਈ ਚੀਜ਼ ਐਕਸਕਲੂਡ ਕਰਨ ਵਾਲੀ ਹੈ ਬਾਹਰ ਕੱਢਣ ਵਾਲੀ ਨੂੰ ਬਾਹਰ ਕੱਢਿਆ, ਜਿਹੜੀ ਚੀਜ਼ ਇਨਕਲੂਡ ਕਰਨ ਵਾਲੀ ਹੈਗੀ ਸੀ ਉਹਨੂੰ ਕੀ ਇਨਕਲੂਡ ਕੀਤਾ, ਉਹਨੂੰ ਕੀ ਸ਼ਾਮਿਲ ਕੀਤਾ ਇਹਦੇ ਵਿੱਚ। ਅੱਗੇ ਨੈਕਸਟ ਪੁਆਇੰਟ ਜਿਹੜਾ ਗੱਲ ਕਰਦਾ ਤਾਂ ਟੋਟਲ ਐਕਸਪੈਂਡੀਚਰ ਇਨਕਰਡ ਔਨ ਮੇਕਿੰਗ ਆਫ ਦਾ ਕੰਸਟੀਟਿਊਸ਼ਨ ਅਮਾਊਂਟਡ ਟੂ ₹64 ਲੱਖ। ਠੀਕ ਹੈ, ਹੁਣ 64 ਲੱਖ ਰੁਪਏ ਜਿਹੜਾ ਹੈਗਾ ਟੋਟਲ ਐਕਸਪੈਂਡੀਚਰ ਦਾ ਮਤਲਬ ਹੁੰਦਾ ਖਰਚਾ। ਠੀਕ ਹੈ, ਸੰਵਿਧਾਨ ਬਣਨ 'ਤੇ 24 ਲੱਖ ਰੁਪਏ ਜਿਹੜਾ ਖਰਚਾ ਆਇਆ ਅਤੇ ਇਹਨੂੰ ਕੀ ਹੈ ਜਿਹੜਾ ਆਪਾਂ ਇੰਟਰਨੈਸ਼ਨਲ ਲੈਂਗੁਏਜ ਦੇ ਵਿੱਚ 10 ਲੱਖ ਨੂੰ ਮਿਲੀਅਨ ਦਾ ਰੂਪ ਦੇ ਵਿੱਚ ਆਪਾਂ 1 ਮਿਲੀਅਨ ਦੇ ਰੂਪ ਦੇ ਵਿੱਚ ਆਪਾਂ ਉਹਨੂੰ ਕੀ ਹੈ ਦੇਖਦੇ ਹਾਂ ਤਾਂ ਜਿਹੜਾ ਹੈਗਾ 6.4 ਮਿਲੀਅਨ ਕੀ ਹੈ ਕਈ ਜਗ੍ਹਾ 'ਤੇ ਦਿੱਤਾ ਹੁੰਦਾ ਤਾਂ ਉਹ ਵੀ ਸਹੀ ਹੈ ਆਪਣਾ। ਠੀਕ ਹੈ, ਉਹ ਕਿਤੇ ਗਲਤ ਨਹੀਂ ਗਾ, ਉਹ ਵੀ ਤੁਸੀਂ ਧਿਆਨ ਦੇਣਾ। ਅੱਗੇ ਨੈਕਸਟ ਪੁਆਇੰਟ 'ਤੇ ਚੱਲਦੇ ਹਾਂ। ਔਨ ਜਨਵਰੀ 24 1950 ਦ ਕੰਸਟੀਟਿਊਂਟ ਅਸੈਂਬਲੀ ਹੈਲਡ ਇਟਸ ਫਾਈਨਲ ਸੈਸ਼ਨ। It however did not end and continued as the Provisional Parliament of India from January 26 1950। ਠੀਕ ਹੈ, ਹੁਣ ਕੀ ਹੈ ਜਨਵਰੀ 24 1950 ਨੂੰ ਕੀ ਕੰਸਟੀਟਿਊਂਟ ਅਸੈਂਬਲੀ ਦਾ ਜਿਹੜਾ ਹੈਗਾ ਲਾਸਟ ਸੈਸ਼ਨ ਹੈਗਾ ਸੀ। ਇਹਦੋਂ ਕੀ ਇਸ ਟਾਈਮ ਕੀ ਹੈਗਾ ਸੀ ਸਾਰੇ ਜਿਹੜੇ ਹੈਗਾ ਸੀ ਜਿਹੜੇ ਪਰਸਨ ਨੂੰ ਕੀ ਹੈ ਜਿਹੜਾ ਕੋਈ ਵੀ ਆਦੀ ਉਹਨੂੰ ਪੋਸਟ ਦੇਣੀ ਸੀ ਅਹੁਦਾ ਦੇਣਾ ਸੀ ਉਹਨੂੰ ਅਹੁਦਾ ਦਿੱਤਾ ਗਿਆ, ਜਿਹੜੀ ਚੀਜ਼ ਸੰਵਿਧਾਨ ਦੇ ਵਿੱਚ ਸ਼ਾਮਿਲ ਕਰਨੀ ਸੀ ਉਹਨੂੰ ਸ਼ਾਮਿਲ ਕੀਤਾ ਗਿਆ। ਤੇ 26 ਜਨਵਰੀ 1950 ਨੂੰ ਕੀ ਜਿਹੜਾ ਹੈਗਾ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਦੇਸ਼ ਦੇ ਵਿੱਚ। ਠੀਕ ਹੈ, ਤੇ 26 ਜਨਵਰੀ ਨੂੰ ਕੀ ਹੈ ਜਿਹੜਾ ਹੈਗਾ ਜਿਹੜੀ ਕਿ ਸੰਵਿਧਾਨ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਤੇ ਜਿਹੜੀ ਆਪਣੀ ਸੰਸਦ ਜਿਹੜੀ ਕਿ ਸੰਸਦ ਹੋਣ ਦੇ ਵਿੱਚ ਆਈ ਐਕਚੁਅਲ ਦੇ ਵਿੱਚ, ਤੇ 26 ਜਨਵਰੀ 1950 ਤੋਂ ਬਾਅਦ ਕੀ ਸੰਸਦ ਐਜ਼ ਰੈਗੂਲਰ ਐਜ਼ ਜਿਹੜਾ ਹੈਗਾ ਵਰਕ ਕਰ ਰਹੀ ਹੈ। ਠੀਕ ਹੈ, ਹੁਣ ਕੀ ਹੈ ਜਿਹੜਾ ਹੈਗਾ 26 ਜਨਵਰੀ 1950 ਨੂੰ 26 ਜਨਵਰੀ ਨੂੰ ਕਿ ਆਪਾਂ ਗਣਤੰਤਰ ਦਿਵਸ ਰਿਪਬਲਿਕ ਡੇ ਦੇ ਨਾਲ ਮਨਾਉਂਦੇ ਹਾਂ। ਰਿਪਬਲਿਕ ਡੇ ਦਾ ਮਤਲਬ ਕੀ ਹੈ ਵੀ ਆਪਣੇ ਦੇਸ਼ ਰਿਪਬਲਿਕ ਗਣਤੰਤਰ ਦਾ ਮਤਲਬ ਹੁੰਦਾ ਕਿ ਆਪਣੇ ਦੇਸ਼ ਦਾ ਕੋਈ ਰਾਜਾ ਜਾਂ ਰਾਣੀ ਨਹੀਂ ਹੈਗੀ। ਠੀਕ ਹੈ, ਇੱਕ ਮੁਖੀ ਹੈਗਾ ਦੇਸ਼ ਦਾ ਜਿਹੜਾ ਕੀ ਹੈ ਇੱਕ ਲਿਮਟਿਡ ਪੀਰੀਅਡ ਵਾਸਤੇ, ਮਤਲਬ ਕਿ ਇੱਕ ਫਿਕਸ ਟੈਨਿਓਰ ਵਾਸਤੇ, ਇੱਕ ਫਿਕਸ ਟਰਮ ਵਾਸਤੇ ਜਿਹੜਾ ਹੈਗਾ ਉਹਦਾ ਕਾਰਜਕਾਲ ਹੁੰਦਾ 5 ਸਾਲ। ਜਿਵੇਂ ਹੁਣ ਆਪਣੇ ਦੇਸ਼ ਦੇ ਵਿੱਚ ਹੈਗਾ 5 ਸਾਲ ਵਾਸਤੇ ਚੁਣਿਆ ਜਾਏਗਾ, ਫਿਰ ਤੋਂ ਦੁਬਾਰਾ ਉਹ ਪਰਸਨ ਨੂੰ ਚੁਣਿਆ ਜਾ ਸਕਦਾ, ਬਟ ਉਹਦੇ ਵਾਸਤੇ ਵੀ ਕੀ ਦੁਬਾਰਾ ਇਲੈਕਸ਼ਨਸ ਹੋਣਗੇ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਇੱਕ ਹੋਰ ਗੱਲ 26 ਜਨਵਰੀ 1950 ਨੂੰ ਕੀ 26 ਜਨਵਰੀ ਨੂੰ ਆਪਾਂ ਕਿ ਗਣਤੰਤਰ ਦਿਵਸ ਦੇ ਤੌਰ 'ਤੇ ਬਣਾਉਣੇ ਅਤੇ 26 ਨਵੰਬਰ ਨੂੰ ਕੀ ਹੈ ਸੰਵਿਧਾਨ ਦਿਵਸ। ਠੀਕ ਹੈ, ਸੰਵਿਧਾਨ ਦਿਵਸ ਜਾਂ ਫਿਰ ਕੰਸਟੀਟਿਊਸ਼ਨ ਡੇ ਦੇ ਨਾਮ ਨਾਲ ਆਪਾਂ ਜਾਣੀਗਾ। ਠੀਕ ਹੈ, ਕਿਉਂ ਉਸ ਦਿਨ ਜਿਹੜਾ ਹੈਗਾ ਆਪਣਾ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਸੀ, ਇਸ ਕਰਕੇ ਉਹਨੂੰ ਕੀ ਹੈ ਸੰਵਿਧਾਨ ਦਿਵਸ ਦੇ ਤੌਰ 'ਤੇ ਆਪਾਂ ਮਨਾਉਂਦੇ ਹਾਂ।
आई होप गाइज तुसीं इन्ना जिहड़ा हैगा तुहानूं पता लग गया होएगा। ਤਾਂ ਆਪਾਂ अगर नैक्सट पॉइंट्स ਦੇ ਵੱਲ ਵਧਦੇ ਹੈਗਾ ਤਾਂ ਜਿਹੜਾ ਹੈਗਾ ਇੱਕ ਗੱਲ ਹੋਰ ਜਿਹੜੇ ਆਪਣੇ ਜਨਰਲ ਇਲੈਕਸ਼ਨਸ ਹੈਗੇ ਫਸਟ ਜਨਰਲ ਇਲੈਕਸ਼ਨਸ ਕਦੋਂ ਹੋਏ 1951 to 1952 ਦੇ ਵਿੱਚ ਆਪਣੇ ਫਸਟ ਜਨਰਲ ਇਲੈਕਸ਼ਨਸ ਜਿਹੜੇ ਹੈਗੇ ਦੇਸ਼ ਦੇ ਵਿੱਚ ਹੈਲਡ ਕੀਤੇ ਗਏ। ਠੀਕ ਹੈ, ਹੁਣ ਅੱਗੇ ਗੱਲ ਕਰਦੇ ਹਾਂ ਮੇਜਰ ਕਮੇਟੀਜ਼ ਤੇ ਮਾਈਨਰ ਕਮੇਟੀਜ਼। ਠੀਕ ਹੈ, ਮੇਜਰ ਕਮੇਟੀਜ਼ ਉਹ ਕਮੇਟੀ ਸੀਗੇ ਜਿਨ੍ਹਾਂ ਦੇ ਕੰਮ ਮਤਲਬ ਹੈਗੇ ਸੀ ਬਹੁਤ ਜਿਹੜੇ ਹੈਗੇ ਜ਼ਰੂਰੀ ਹੈਗੇ ਸੀ। ਠੀਕ ਹੈ, ਜਿਨ੍ਹਾਂ ਦੇ ਮੇਜਰ ਕੰਮ ਹੈਗੇ ਸੀ ਉਹਨਾਂ ਨੂੰ ਮੇਜਰ ਕਮੇਟੀਜ਼ ਕਿਹਾ ਜਾਂਦਾ। ਠੀਕ ਹੈ, ਜਿਨ੍ਹਾਂ ਦੇ ਕੋਈ ਖਾਸ ਕੰਮ ਹੈਗੇ ਸੀ। ਮਾਈਨਰ ਕਮੇਟੀਜ਼ ਦੇ ਵੀ ਖਾਸ ਕੰਮ ਹੈਗੇ ਸੀ ਬਟ ਉਹਨਾਂ ਨੂੰ ਕੀ ਜਿਹੜਾ ਹੈਗਾ ਸਬ ਕਮੇਟੀਜ਼ ਦੇ ਆਪਾਂ ਜਾਂ ਫਿਰ ਕੀ ਛੋਟੀ ਮੋਟੀ ਕਮੇਟੀ ਜਿਹੜੀ ਹੈਗੀ ਸੀ ਬਣਾਈ ਜਾਂਦੀ ਸੀ। ਠੀਕ ਹੈ, ਉਹਨਾਂ ਵਿੱਚ ਮੈਂਬਰਸ ਥੋੜ੍ਹੇ ਹੋ ਸਕਦੇ ਸੀ ਜਾਂ ਫਿਰ ਉਹਨਾਂ ਦੀ ਇੰਪੋਰਟੈਂਸ ਥੋੜ੍ਹੀ ਜਿਹੀ ਲੈਸ ਹੈ। ਠੀਕ ਹੈ, ਹੁਣ ਮੇਜਰ ਕਮੇਟੀਜ਼ ਜਿਹੜੀ ਹੈਗੇ ਸੀ ਉਹ 8 ਕਮੇਟੀਜ਼ ਹੈਗੇ ਸੀ। ਉਹ 8 ਕਮੇਟੀਜ਼ ਬਾਰੇ ਆਪਾਂ ਜਿਹੜੀ 8 ਕਮੇਟੀਜ਼ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਗੱਲ ਕਰਾਂਗੇ ਮਤਲਬ ਕਿ ਆਪਕੀ ਫੈਕਚੁਅਲ ਡਾਟਾ ਸਿਰਫ ਆਪਾਂ ਕਲੈਕਟ ਕਰਨਾ ਵੀ ਮੇਜਰ ਕਮੇਟੀਜ਼ ਦਾ। ਠੀਕ ਹੈ, ਤੇ ਇਹਦੇ ਵਿੱਚੋਂ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਉਹ ਡਰਾਫਟਿੰਗ ਕਮੇਟੀ ਉਹਦੇ ਬਾਰੇ ਆਪਾਂ ਅੱਗੇ ਅੱਜ ਦੇ ਲੈਕਚਰ ਦੇ ਵਿੱਚ ਹੀ ਗੱਲ ਕਰਾਂਗੇ। ਅੱਗੇ ਜਿਹੜੇ ਹੈਗੇ 6 ਆਪਾਂ ਕੀ ਮਾਈਨਰ ਕਮੇਟੀਜ਼ ਨੂੰ ਨਿਕਾਲ ਕੇ ਲਿਆਂਦਾ ਵੀ 6 ਮਾਈਨਰ ਕਮੇਟੀਜ਼ ਜਿਹੜੀ ਹੈਗੇ ਇੰਪੋਰਟੈਂਟ ਹੈਗੀਆਂ ਨੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜਿਹੜਾ ਹੈਗਾ ਮੇਜਰ ਕਮੇਟੀਜ਼ ਦੇ ਵਿੱਚ ਫਸਟ ਕਮੇਟੀ ਆਉਂਦੀ ਉਹ ਹੈਗੀ ਯੂਨੀਅਨ ਪਾਵਰ ਕਮੇਟੀ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਹੈਗੇ ਸੀ ਯੂਨੀਅਨ ਪਾਵਰ ਕਮੇਟੀ ਦੇ ਚੇਅਰਮੈਨ ਹੈਗੇ ਸੀ। ਯੂਨੀਅਨ ਪਾਵਰ ਕਮੇਟੀ ਮਤਲਬ ਕਿ ਐਜ਼ ਅ ਕੈਬਨਿਟ ਜਿਵੇਂ ਕੈਬਨਿਟ ਹੈਗੀ ਸੀ ਨਾ ਉਸ ਸਮੇਂ ਯੂਨੀਅਨ ਪਾਵਰ ਕਮੇਟੀ ਹੈਗੀ ਸੀ। ਠੀਕ ਹੈ, ਉਹਨਾਂ ਦਾ ਚੇਅਰਮੈਨ ਕੌਣ ਸੀ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਅੱਗੇ ਸੈਕਿੰਡ ਜਿਹੜਾ ਹੈਗਾ ਯੂਨੀਅਨ ਕੰਸਟੀਟਿਊਸ਼ਨ ਕਮੇਟੀ। ਯੂਨੀਅਨ ਕੰਸਟੀਟਿਊਸ਼ਨ ਕਮੇਟੀ ਦੇ ਜਿਹੜੇ ਹੈਗੇ ਨੇ ਚੇਅਰਮੈਨ ਕੌਣ ਸੀ ਉਹ ਹੈਗੇ ਸੀ ਪੰਡਿਤ ਜਵਾਹਰ ਲਾਲ ਨਹਿਰੂ ਉਹ ਵੀ। ਠੀਕ ਹੈ, ਅੱਗੇ ਥਰਡ ਪੁਆਇੰਟ ਜਿਹੜਾ ਹੈਗਾ ਪ੍ਰੋਵਿੰਸ਼ੀਅਲ ਕੰਸਟੀਟਿਊਸ਼ਨ ਕਮੇਟੀ। ਪ੍ਰੋਵਿੰਸ਼ੀਅਲ ਕੰਸਟੀਟਿਊਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਸੀ ਉਹ ਹੈਗੇ ਸੀ ਸਰਦਾਰ ਪਟੇਲ ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੂੰ ਆਪਾਂ ਕੀ ਹੈ ਲੋਹ ਪੁਰਸ਼ ਦੇ ਨਾਮ ਨਾਲ ਜਾਣੇ ਗਏ ਆਇਰਨ ਮੈਨ, ਜਿਨ੍ਹਾਂ ਦਾ ਸਟੈਚੂ ਆਫ ਯੂਨਿਟੀ ਦੇ ਨਾਮ ਦਾ ਇੱਕ ਸਟੈਚੂ ਬਣਿਆ ਹੋਇਆ ਇੱਕ ਪੁਤਲਾ ਬਣਿਆ ਹੋਇਆ ਕਿੱਥੇ ਬਣਿਆ ਹੋਇਆ ਗੁਜਰਾਤ ਦੇ ਵਿੱਚ। ਠੀਕ ਹੈ, ਉਹਨਾਂ ਦੀ ਹਾਈਟ ਕਿੰਨੀ ਹੈਗੀ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੀ ਹੈ। ਆਪਣੇ ਵਰਲਡ ਦਾ ਸਭ ਤੋਂ ਉੱਚਾ ਸਟੈਚੂ ਉਹੀ ਹੈ। ਠੀਕ ਹੈ, ਅੱਗੇ ਜਿਹੜਾ ਹੈਗਾ ਫੋਰਥ ਜਿਹੜੀ ਹੈਗੀ ਕਮੇਟੀ ਹੈਗੀ ਹੈ ਡਰਾਫਟਿੰਗ ਕਮੇਟੀ। ਡਰਾਫਟਿੰਗ ਕਮੇਟੀ ਸਭ ਤੋਂ ਇੰਪੋਰਟੈਂਟ ਕਮੇਟੀ ਹੈਗੀ ਪੂਰੀ 8 ਕਮੇਟੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਰੋਬ ਜਿਹੜਾ ਹੈਗਾ ਜਾਂ ਫਿਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਵਰਕ ਹੈਗਾ ਸੀ ਉਹ ਡਰਾਫਟਿੰਗ ਕਮੇਟੀ ਦਾ ਸੀ। ਉਹਨਾਂ ਦੇ ਚੇਅਰਮੈਨ ਕੌਣ ਸੀ ਡਾਕਟਰ BR ਅੰਬੇਦਕਰ। ਡਾਕਟਰ BR ਅੰਬੇਦਕਰ ਮਤਲਬ ਕੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਜਾਂ ਫਿਰ ਉਹਨਾਂ ਨੂੰ ਕਿ ਆਪਾਂ ਬਾਬਾ ਸਾਹਿਬ ਅੰਬੇਦਕਰ ਵੀ ਕਹਿ ਦਈਏ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ। ਅੱਗੇ ਫਿਫਥ ਕਮੇਟੀ ਜਿਹੜੀ ਹੈਗੀ ਹੋਏਗੀ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਐਂਡ ਮਾਈਨੋਰਿਟੀਜ਼। ਠੀਕ ਹੈ, ਸਰਦਾਰ ਪਟੇਲ ਉਹਨਾਂ ਦੇ ਚੇਅਰਮੈਨ ਹੈਗੇ ਸੀ। ਉਹਨਾਂ ਐਡਵਾਈਜ਼ਰੀ ਕਮੇਟੀ ਮਤਲਬ ਕਿ ਫੰਡਾਮੈਂਟਲ ਰਾਈਟਸ ਦੇ ਜਿਹੜੇ ਹੈਗੇ ਐਡਵਾਈਜ਼ ਕਰਨ ਵਾਲੇ। ਠੀਕ ਹੈ, ਆ ਜਿਹੜਾ ਹੈਗਾ ਇਸ ਤਰ੍ਹਾਂ ਦਾ ਫੰਡਾਮੈਂਟਲ ਰਾਈਟਸ ਸਾਡੇ ਦੇਸ਼ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ, ਜਾਂ ਫਿਰ ਇੱਥੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ 60 ਕੰਟਰੀਜ਼ ਦਾ ਆਪਾਂ ਦੇਖਿਆ ਸੀ ਨਾ ਉਹਨਾਂ ਤੋਂ ਸਟੱਡੀ ਕੀਤੀ ਜਿੱਥੋਂ ਦਾ ਆਪਾਂ ਨੂੰ ਫੰਡਾਮੈਂਟਲ ਰਾਈਟਸ ਵਧੀਆ ਲੱਗੇ ਜਿਹੜੀ ਕੰਟਰੀ ਦਾ ਆਪਾਂ ਨੂੰ ਵਧੀਆ ਲੱਗਾ ਆਪਾਂ ਉੱਥੋਂ ਅਡੋਪਟ ਕੀਤਾ ਤੇ ਉਹਨਾਂ ਨੂੰ ਕੀ ਆਪਾਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਿਲ ਕੀਤਾ। ਠੀਕ ਹੈ, ਤੇ ਇਹਦੀ ਜਿਹੜੇ ਹੈਗੇ 5 ਜਿਹੜੀ ਸਬ ਕਮੇਟੀ ਸੀਗੀਆਂ ਸੀ ਉਹ ਆਪਾਂ ਨੂੰ ਪੜ੍ਹਨ ਦੀ ਹਜੇ ਤੱਕ ਜ਼ਰੂਰਤ ਨਹੀਂ ਹੈਗੀ। ਜਦੋਂ ਜ਼ਰੂਰਤ ਪਈ ਆਪਾਂ ਕੀ ਹੈ ਇੱਕ ਵਾਰ ਜਿਹੜਾ ਹੈਗਾ ਸੈਪਰੇਟ ਲੈਕਚਰ ਲਿਆ ਕੇ ਉਹਨੂੰ ਡਿਸਕਸ ਕਰ ਲਾਂਗੇ। 6 ਜਿਹੜਾ ਹੈਗਾ 6 ਜਿਹੜੀ ਹੈਗੀ ਕਮੇਟੀ ਹੈਗੀ ਰੂਲਸ ਐਂਡ ਪ੍ਰੋਸੀਜਰ ਕਮੇਟੀ। ਉਹਨਾਂ ਦੇ ਚੇਅਰਮੈਨ ਕੌਣ ਸੀ ਡਾਕਟਰ ਰਾਜਿੰਦਰ ਪ੍ਰਸਾਦ ਹੈਗੇ ਸੀ। ठीक है, रूल्स एंड प्रोसीजर कमेटी की जो रूल्स बनाने तो उनका प्रोसीजर की रूल्स प्रोसीजर की होगा किमें फॉलो करेंगे वो सारा जोड़ा है डॉक्टर राजेंद्र प्रसाद के चेयरमैनशिप के अंदर जोड़ा है एक कमेटी थी। अगे गल करते सैवंथ कमेटी जी स्टेट्स कमेटी पंडित जवाहर लाल नेहरू जी। ठीक है, 8th कमेटी की स्टीयरिंग कमेटी वो कमेटी होंगी जी सारिया कमेटियां की नज़र रखती हैं भी सारिया कमेटियां जी एज पर देर वर्क। ठीक है, वो जो वर्क उन्होंने सौंपया गया उस अकॉर्डिंगली वर्क कर रही है कि नहीं कर रही वो सफिशेंट है वो वर्क करने वास्ते कि नहीं। तो वो कमेटी जी स्टीयरिंग कमेटी सी उन्होंने चेयरमैन कौन सी डॉक्टर राजेंद्र प्रसाद उन्होंने चेयरमैन है सी। ठीक है, आई होप गाइज तुहानूं जिहड़ा है मेजर कमेटीज़ बारे इन्हें समझ लग गई होगी। फैक्चुअल डाटा तुहानूं दे दिता गया तुहानूं प्रोवाइड करा दिता है। अगे जिहड़ा है नैक्सट जिहड़े है वो की है माइनर कमेटीज़। अगे कि आपां माइनर कमेटीज़ बारे गल करते हैं। माइनर कमेटी दे विच फस्ट कमेटी जिहड़ी है फाइनैंस एंड स्टाफ कमेटी। फाइनैंस एंड स्टाफ कमेटी के जो चेयरमैन से कि डॉक्टर राजेंद्र प्रसाद से फाइनैंस में देखना। ठीक है, तो उन्होंने स्टाफ जो कमीशन ठीक है उन्होंने स्टाफ में कमेटी जो कमेटी स्टाफ में सारा देखना जोड़ा है उन्होंने डॉक्टर राजेंद्र प्रसाद के अंडर आता सी माइनर कमेटी की। ठीक है, उन्होंने चेयरमैन है। एडहोक कमेटी ऑन नैशनल फ्लैग। एडहोक कमेटी ऑन नैशनल फ्लैग की जी कमेटी बनी सी माइनर कमेटी उन्होंने चेयरमैन कौन सी डॉक्टर राजेंद्र प्रसाद से। कमेटी ऑन द फंक्शनस ऑफ द कॉन्स्टिट्यूएंट असैंबली। ठीक है, हुण कमेटी जिहड़ी की है संविधान सभा के फंक्शनस निर्धारित करेगी वो एक माइनर कमेटी बनाई गई सी। ठीक है, उनके जिहड़े हैगे सी चेयरमैन कौन हैगे सी GV मावलंकर जी हैगे सी। ठीक है, आई होप गाइस तुहानूं याद होएगा GV मावलंकर जी हैगे सी पहला उन्होंने एक फंक्शन आप जिहड़ा हैगा पढ़िया है की पढ़िया सी भी जदों तक ये संविधान सभा के तौर पर जिहड़ी सी असैंबली इकट्ठी हुंदी सी लोग जिहड़े असैंबली के लोग इकट्ठे हुंदे सी। ठीक है,
ਉਹਨਾਂ ਰਿਪਰੈਜ਼ੈਂਟੇਟਿਵ ਇਕੱਠੇ ਹੁੰਦੇ ਸੀ, ਉਦੋਂ ਕੀ ਜਿਹੜਾ ਹੈਗਾ ਸੀ ਚੇਅਰਮੈਨ ਕੌਣ ਹੁੰਦੇ ਸੀ, ਡਾਕਟਰ ਰਾਜਿੰਦਰ ਪ੍ਰਸਾਦ। ਬਟ ਜਦੋਂ ਕਿ ਸੰਵਿਧਾਨ ਸਭਾ ਐਜ਼ ਅ ਲੈਜਿਸਲੇਟਿਵ ਅਸੈਂਬਲੀ ਜਿਹੜੀ ਕਿ ਇਕੱਠੇ ਵਿਧਾਨ ਸਭਾ ਦੇ ਤੌਰ 'ਤੇ ਇਕੱਠੇ ਹੁੰਦੇ ਸੀ, ਲੈਜਿਸਲੇਟਿਵ ਅਸੈਂਬਲੀ ਦੇ ਤੌਰ 'ਤੇ ਇਕੱਠੇ ਹੁੰਦੇ ਸੀ, ਉਦੋਂ ਉਹਨਾਂ ਦੇ ਚੇਅਰਮੈਨ ਕੌਣ ਹੁੰਦੇ ਸੀ, ਪ੍ਰਧਾਨਗੀ ਕੌਣ ਕਰਦੇ ਸੀ, ਜੀ.ਵੀ. ਮਾਵਲੰਕਰ ਜੀ ਕਰਦੇ ਸੀ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਯਾਦ ਹੋਏਗਾ, ਜੇ ਨਹੀਂ ਹੈਗਾ ਸੀ ਤਾਂ ਆਪਾਂ ਜਿਹੜਾ ਹੈਗਾ ਦੁਬਾਰਾ ਤੋਂ ਕਵਰ ਕਰ ਰਹੇ ਤੇ ਇਹਨੂੰ ਜਿਹੜਾ ਹੈਗਾ ਧਿਆਨ ਦੇ ਵਿੱਚ ਰੱਖਣਾ। ਸੋ ਅੱਗੇ ਆਪਾਂ ਜਿਹੜਾ ਹੈਗਾ ਨੈਕਸਟ ਆਪਣੇ ਜਿਹੜੇ ਹੈਗੇ ਕਮੇਟੀ ਵੱਲ ਕੰਸੀਡਰ ਕਰਦੇ ਹਾਂ। ਨੈਕਸਟ ਕਮੇਟੀ ਜਿਹੜੀ ਹੈਗੀ ਉਹ ਹੈਗੀ ਹੈ ਐਡਹੋਕ ਕਮੇਟੀ ਔਨ ਦ ਸੁਪਰੀਮ ਕੋਰਟ। ਠੀਕ ਹੈ, ਐਡਹੋਕ ਕਮੇਟੀ ਔਨ ਸੁਪਰੀਮ ਕੋਰਟ, ਉਹਨਾਂ ਦੇ ਚੇਅਰਮੈਨ ਕੌਣ ਹੈਗੇ ਸੀ, ਐਸ ਵਰਡਾਚਾਰੀ। ਠੀਕ ਹੈ, ਐਸ ਵਰਡਾਚਾਰੀ ਜੀ ਜਿਹੜੇ ਹੈਗੇ ਸੀ ਉਹ ਕੀ ਹੈਗੇ ਸੀ, ਐਡਹੋਕ ਕਮੇਟੀ ਔਨ ਸੁਪਰੀਮ ਕੋਰਟ ਦੇ ਚੇਅਰਮੈਨ ਹੈਗੇ ਸੀ। ਅਤੇ ਇਹ ਕੀ ਹੈਗੇ ਸੀ, ਜਿਹੜੇ ਹੈਗੇ ਸੀ ਆਪਣੇ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਨਹੀਂ ਹੈਗੇ ਸੀ। ਠੀਕ ਹੈ, ਇਹ ਧਿਆਨ 'ਚ ਰੱਖਣਾ। ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਉਹ ਕਿਹੜੇ ਮੈਂਬਰ ਹੈਗੇ ਸੀ, ਜਿਹੜੇ ਕੀ ਹੈ ਵੀ ਕਿਸੇ ਮਾਈਨਰ ਕਮੇਟੀ ਜਾਂ ਫਿਰ ਕਿਸੇ ਵੀ ਕਮੇਟੀ ਦੇ ਚੇਅਰਮੈਨ ਸੀ, ਪਰ ਕੀ ਇਹ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸੀ, ਤਾਂ ਉਹ ਕੀ ਸੀ, ਆਪਸ਼ਨ ਆਪਣੀ ਹੋਏਗੀ ਐਸ ਵਰਡਾਚਾਰੀ ਹੋਏਗੀ। ਅੱਗੇ 5th ਕਮੇਟੀ ਜਿਹੜੀ ਹੈਗੀ ਲਿੰਗੁਇਸਟਿਕ ਪ੍ਰੋਵਿੰਸਿਸ ਕਮੇਟੀ ਜਿਹੜੀ ਹੈਗੀ ਸੀ, ਉਹਨਾਂ ਦੇ ਚੇਅਰਮੈਨ ਹੈਗੇ ਸੀ ਐਸ ਕੇ ਦਰ। ਠੀਕ ਹੈ, ਐਸ ਕੇ ਦਰ ਇਹ ਵੀ ਕੀ ਹੈਗੇ ਸੀ, ਆਪਣੀ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਹੈਗੇ ਸੀ। 6th ਜਿਹੜੀ ਆਪਣੀ ਕਮੇਟੀ ਹੈਗੀ ਉਹਨਾਂ ਬਾਰੇ ਆਪਾਂ ਗੱਲ ਕਰਦੇ ਐਡਹੋਕ ਕਮੇਟੀ ਔਨ ਸਿਟੀਜ਼ਨਸ਼ਿਪ। ਠੀਕ ਹੈ, ਸਿਟੀਜ਼ਨਸ਼ਿਪ ਤੇ ਮਤਲਬ ਕਿ ਨਾਗਰਿਕਤਾ ਕਿਹਨਾਂ ਨੂੰ ਦੇਣੀ ਕਿਹਨਾਂ ਨਹੀਂ ਦੇਣੀ, ਇਸ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਸੀ ਉਹ ਵੀ ਕੀ ਹੈਗੇ ਸੀ, ਐਸ ਵਰਡਾਚਾਰੀ ਜੀ ਹੈਗੇ ਸੀ, ਜਿਹੜੇ ਕੀ ਹੈ ਅਸੈਂਬਲੀ ਦੇ ਮੈਂਬਰ, ਜਿਹੜੇ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਨਹੀਂ ਹੈਗੇ ਸੀ, ਮਤਲਬ ਕਿ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਹੈਗੇ ਸੀ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਧਿਆਨ ਹੋ ਗਿਆ ਹੋਏਗਾ, ਤੁਹਾਨੂੰ ਯਾਦ ਹੋ ਗਿਆ ਹੋਏਗਾ, ਪਤਾ ਲੱਗ ਗਿਆ ਹੋਏਗਾ ਵੀ ਇਹ ਆਪਾਂ ਕੀ ਹੈ ਕਮੇਟੀਜ਼ ਬਾਰੇ ਗੱਲ ਕਰ ਰਹੀ ਹੈ। ਹੁਣ ਆਪਾਂ ਸਭ ਤੋਂ ਮੇਜਰ ਜਿਹੜੀ ਹੈਗੀ ਇੰਪੋਰਟੈਂਟ ਕਮੇਟੀ ਬਾਰੇ ਆਪਾਂ ਗੱਲ ਕਰਨੀ ਹੈ। ਆਪਾਂ ਇੱਕ ਹੀ ਕਮੇਟੀ ਜਿਹੜੀ ਹੈਗੀ ਹੈ ਇੰਪੋਰਟੈਂਟ ਹੈਗੀ ਹੈ, ਉਹ ਬਾਕੀ ਵੀ ਹੈਗੀਆਂ ਨੇ, ਇੱਦਾਂ ਦੀ ਗੱਲ ਨਹੀਂ ਕਿ, ਬਟ ਜਿਹੜਾ ਮੇਨਲੀ ਆਪਣੇ ਐਗਜ਼ਾਮ ਦੇ ਵਿੱਚ ਜਿਹੜੀ ਜਿਸ ਕਮੇਟੀ ਬਾਰੇ ਪੁੱਛਿਆ ਜਾਂਦਾ ਉਹ ਹੈਗੀ ਡਰਾਫਟਿੰਗ ਕਮੇਟੀ। ਹੁਣ ਆਪਾਂ ਅੱਜ ਕੀ ਹੈ ਡਰਾਫਟਿੰਗ ਕਮੇਟੀ ਬਾਰੇ ਗੱਲ ਕਰ ਲੈਣੇ। ਬਾਕੀ ਜਿਹੜਾ ਹੈਗਾ ਥੋੜਾ ਫੈਕਚੁਅਲ ਡਾਟਾ ਰਹਿ ਗਿਆ ਹੈਗਾ ਵੀ ਐਨੈਕਟਮੈਂਟ ਆਫ ਇੰਡੀਅਨ ਕਨਸਟੀਟਿਊਸ਼ਨ, ਠੀਕ ਹੈ, ਕਿਵੇਂ ਲਾਗੂ ਕੀਤਾ ਗਿਆ। ਠੀਕ ਹੈ, ਤੇ ਥੋੜੇ ਬਹੁਤੇ ਹੋਰ ਇੱਕ ਦੋ ਜਿਹੜੇ ਪੁਆਇੰਟਸ ਹੈਗੇ ਨੇ ਉਹ ਆਪਾਂ ਕੀ ਕੱਲ੍ਹ ਦੀ ਲਾਸਟ ਕਲਾਸ ਜਿਹੜਾ ਹੈਗਾ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਵਾਸਤੇ ਲਾਸਟ ਕਲਾਸ ਲਗਾਵਾਂਗੇ, ਉਹ ਆਪਾਂ ਕੀ ਕੱਲ੍ਹ ਹੀ ਤੁਹਾਨੂੰ ਜਿਹੜਾ ਹੈਗਾ ਇੱਕ ਕਲਾਸ ਪ੍ਰੋਵਾਈਡ ਕਰ ਦਾਂਗੇ। ਨੈਕਸਟ ਜਿਹੜਾ ਹੈਗਾ ਪਰਸੋਂ ਆਪਾਂ ਕੀ ਜਿਹੜਾ ਹੈਗਾ ਇੱਕ ਨਿਊ ਜਿਹੜਾ ਹੈਗਾ ਚੈਪਟਰ ਦੇ ਨਾਲ, ਨਿਊ ਆਪਾਂ ਇੱਕ ਟੋਪਿਕ ਦੇ ਨਾਲ ਆਪਾਂ ਰੈਗੂਲਰਲੀ ਕਲਾਸਿਸ ਸਟਾਰਟ ਕਰਾਂਗੇ। ਸੋ ਆਈ ਹੋਪ ਗਾਈਜ਼ ਤੁਸੀਂ ਜਿਹੜਾ ਹੈਗਾ ਡਰਾਫਟਿੰਗ ਕਮੇਟੀ ਨੂੰ ਲਰਨ ਕਰਨ ਲਈ ਤਿਆਰ ਹੋ ਗਏ, ਤਾਂ ਆਪਾਂ ਗੱਲ ਕਰਦੇ ਹਾਂ। Among all the committees of the Constituent Assembly, the most important committee was the drafting committee, set up on August 29, 1947. ਠੀਕ ਹੈ, ਹੁਣ ਜਿਹੜੀ ਹੈਗੀ ਸੀ ਡਰਾਫਟਿੰਗ ਕਮੇਟੀ ਹੈਗੀ ਹੈ, ਉਹਨਾਂ ਜਿਹੜੇ ਬਣੀ ਕਦੋਂ, ਉਹ ਬਣੀ 29 ਅਗਸਤ 1947 ਨੂੰ ਇਹ ਜਿਹੜੀ ਕਮੇਟੀ ਦਾ ਗਠਨ ਹੋਇਆ। ਠੀਕ ਹੈ, ਇਹਦੇ ਵਿੱਚ ਡਰਾਫਟਿੰਗ ਕਮੇਟੀ ਦੇ ਜਿਹੜੇ ਹੈਗੇ ਸੀ ਸਭ ਤੋਂ ਇੰਪੋਰਟੈਂਟ ਕਮੇਟੀ ਹੈਗੀ ਸੀ, ਸਾਰੀਆਂ ਜਿਹੜੀ ਹੈ ਮੇਜਰ ਕਮੇਟੀਆਂ ਹੈਗੀਆਂ ਸੀ 8, ਉਹਨਾਂ ਸਭ ਤੋਂ ਇੰਪੋਰਟੈਂਟ ਕਿਹਦਾ ਵਰਕ ਹੈਗਾ ਸੀ ਡਰਾਫਟਿੰਗ ਕਮੇਟੀ ਦਾ। It was this committee that was entrusted with the task of preparing the draft of the new constitution. ਠੀਕ ਹੈ, ਹੁਣ ਨਵੇਂ ਸੰਵਿਧਾਨ ਬਣਾਉਣ ਦਾ ਜਿਹੜਾ ਕੰਮ ਕਿਹਨੂੰ ਸੌਂਪਿਆ ਗਿਆ, ਡਰਾਫਟਿੰਗ ਕਮੇਟੀ ਨੂੰ ਸੌਂਪਿਆ ਗਿਆ ਵੀ ਤੁਸੀਂ ਡਿਸਾਈਡ ਕਰਨਾ ਹੈ ਵੀ ਕਿਸ ਤਰ੍ਹਾਂ ਜਿਹੜਾ ਆਪਣਾ ਸੰਵਿਧਾਨ ਬਣੇਗਾ। ਠੀਕ ਹੈ, ਕਿਸ ਤਰ੍ਹਾਂ ਆਪਾਂ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਰੱਖਣੀਆਂ ਨੇ, ਫੰਡਾਮੈਂਟਲ ਰਾਈਟਸ ਰੱਖਣੇ ਨੇ, ਫੰਡਾਮੈਂਟਲ ਡਿਊਟੀਜ਼ ਇਨਕਲੂਡ ਕਰਨੀਆਂ ਨੇ, ਐਟਸੈਕਟਰਾ। ਠੀਕ ਹੈ, ਤਾਂ ਹੁਣ ਜਿਹੜੇ ਹੈਗੇ ਇਹਨਾਂ ਦੇ ਮੈਂਬਰਸ ਇੰਪੋਰਟੈਂਟ ਹੈਗੇ ਨੇ, ਇਹਨਾਂ ਦੇ ਮੈਂਬਰਸ ਜਿਹੜੇ ਪੁੱਛ ਲਏ ਜਾਂਦੇ ਨੇ, ਅਤੇ ਇਹਨਾਂ ਮੈਂਬਰਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਹਨਾਂ ਦੇ ਜਿਹੜੇ ਹੈਗੇ ਸੀ ਟੋਟਲ 7 ਮੈਂਬਰ ਹੈਗੇ ਸੀ। ਠੀਕ ਹੈ, ਟੋਟਲ 7 ਮੈਂਬਰਸ ਦੇ ਵਿੱਚੋਂ ਜਿਹੜੇ ਹੈਗੇ 5 ਤਾਂ ਪਰਮਾਨੈਂਟ ਮੈਂਬਰ ਹੈ, ਮਤਲਬ ਲਗਾਤਾਰ ਮੈਂਬਰ ਹੈ, ਬਟ 2 ਮੈਂਬਰ ਜਿਹੜੇ ਹੈਗੇ 2 ਮੈਂਬਰ ਨੂੰ ਰਿਪਲੇਸ ਕੀਤਾ ਗਿਆ ਕਿਸੇ ਕਾਰਨ ਕਰਕੇ, ਕਿਸੇ ਦੇ ਹੈਲਥ ਇਸ਼ੂਜ਼ ਕਰਕੇ, ਕਿਸੇ ਦੇ ਡੈਥ ਕਰਕੇ। ਠੀਕ ਹੈ, ਇਹਨਾਂ ਬਾਰੇ ਆਪਾਂ ਜਾਣ ਲੈਣੇ। ਸਭ ਤੋਂ ਪਹਿਲੇ ਜਿਹੜੇ ਮੈਂਬਰ ਹੈਗੇ ਸੀ ਉਹਨਾਂ ਦਾ ਨਾਮ ਕੀ ਹੈਗਾ, ਡਾਕਟਰ B.R. ਅੰਬੇਦਕਰ। ਡਾਕਟਰ ਭੀਮ ਰਾਓ ਅੰਬੇਦਕਰ ਜੀ ਜਿਹੜੇ ਹੈਗੇ ਸੀ ਉਹਨਾਂ ਦੇ ਇਸ ਕਮੇਟੀ ਦੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਹੈਗੇ ਸੀ। ਠੀਕ ਹੈ, ਸੈਕਿੰਡ ਮੈਂਬਰ ਜਿਹੜੇ ਹੈਗੇ ਨੇ ਉਹ ਹੈਗੇ ਨੇ N. ਗੋਪਾਲ ਸਵਾਮੀ ਅਈਅਰ। ਠੀਕ ਹੈ, N. ਗੋਪਾਲ ਸਵਾਮੀ ਅਈਅਰ ਜਿਹੜੇ ਹੈਗੇ ਨੇ ਉਹ ਸੈਕਿੰਡ ਮੈਂਬਰ ਹੈਗੇ ਨੇ। ਥਰਡ ਮੈਂਬਰ ਹੈਗੇ ਨੇ ਅਲਾਦੀ ਕ੍ਰਿਸ਼ਨ ਸਵਾਮੀ ਅਈਅਰ। ਫੋਰਥ ਮੈਂਬਰ ਹੈਗੇ ਨੇ ਡਾਕਟਰ K.M. ਮੁਨਸ਼ੀ। ਫਿਫਥ ਮੈਂਬਰ ਹੈਗੇ ਨੇ ਸੈਯਦ ਮੁਹੰਮਦ ਸਦੁੱਲਾ। ਠੀਕ ਹੈ, 5 ਮੈਂਬਰਸ ਹੀ ਹੋ ਗਏ। 6ਵੇਂ ਮੈਂਬਰ ਜਿਹੜੇ ਹੈਗੇ ਨੇ, ਸਭ ਤੋਂ ਪਹਿਲਾਂ ਜਿਹੜੇ ਹੈਗੇ ਸੀ 6ਵੇਂ ਮੈਂਬਰ ਹੈਗੇ ਸੀ ਉਹ ਹੈਗੇ ਸੀ B.L. ਮਿੱਤਰ। ਠੀਕ ਹੈ, B.L. ਮਿੱਤਰ ਹੈਗੇ ਸੀ, ਬਟ ਉਹਨਾਂ ਨੂੰ ਕੀ ਹੈਲਥ ਇਸ਼ੂਜ਼ ਕਰਕੇ ਉਹਨਾਂ ਨੂੰ ਕੀ ਆਦੀ ਪੋਸਟ ਤੋਂ ਰਿਜ਼ਾਈਨ ਕਰਨਾ ਪਿਆ, ਅਤੇ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਆਏ ਸੀ ਮੈਂਬਰ, ਉਹਨਾਂ ਦਾ ਨਾਮ ਕੀ ਹੈਗਾ ਸੀ, N. ਮਾਧਵ ਰਾਓ ਹੈਗਾ ਸੀ। ਠੀਕ ਹੈ, N. ਮਾਧਵ ਰਾਓ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੂੰ ਰਿਪਲੇਸ ਕਰਨ ਵਾਲੇ ਪਰਸਨ ਹੈਗੇ ਸੀ, ਜਿਨ੍ਹਾਂ ਨੇ ਕੀ ਹੈ B.L. ਮਿੱਤਰ ਜੀ ਨੂੰ ਜਿਹੜਾ ਰਿਪਲੇਸ ਕੀਤਾ ਸੀ। ਕਿਸ ਕਰਕੇ, ਉਹਨਾਂ ਦੀ ਹੈਲਥ ਇਸ਼ੂਜ਼ ਕਰਕੇ ਉਹਨਾਂ ਨੇ ਕੀ ਆਦੀ ਪੋਸਟ ਤੋਂ ਰਿਜ਼ਾਈਨ ਕੀਤਾ, ਅਤੇ ਉਹਨਾਂ ਦੀ ਜਗ੍ਹਾ 'ਤੇ ਕਿਹਨੂੰ ਚੁਣਿਆ ਗਿਆ, N. ਮਾਧਵ ਰਾਓ ਨੂੰ ਕੀ ਹੈ ਚੁਣਿਆ ਗਿਆ। ਅੱਗੇ 7th ਮੈਂਬਰ ਜਿਹੜੇ ਹੈਗੇ ਨੇ, ਉਹ 7th ਮੈਂਬਰ ਸਭ ਤੋਂ ਪਹਿਲਾਂ ਜਿਹੜੇ ਹੈਗੇ ਸੀ ਉਹ ਹੈਗੇ ਸੀ D.P. ਖੇਤਿਆਨ। ਠੀਕ ਹੈ, D.P. ਖੇਤਿਆਨ ਜੀ ਹੈਗੇ ਸੀ ਜਿਹੜੇ ਕੀ ਹੈ ਜਿਨ੍ਹਾਂ ਦੀ ਡੈਥ ਹੋ ਗਈ 1948 ਦੇ ਵਿੱਚ। ਠੀਕ ਹੈ, 1948 ਵਿੱਚ ਉਹਨਾਂ ਦੀ ਡੈਥ ਹੋਈ ਅਤੇ ਸੀਟ ਵੇਕੈਂਟ ਹੈਗੀ ਸੀ, ਅਤੇ ਉਹ ਸੀਟ ਨੂੰ ਫਿਲਅਪ ਕਰਨ ਵਾਸਤੇ ਕੀ ਹੈ
ਟੀ ਕ੍ਰਿਸ਼ਨਾਚਾਰਿਆ ਨੂੰ ਕੀ ਜਿਹੜਾ ਹੈਗਾ ਉਹਨਾਂ ਨੂੰ ਕੀ ਜਿਹੜਾ ਹੈਗਾ ਇਹ ਪੋਸਟ 'ਤੇ ਜਿਹੜਾ ਉਹਨਾਂ ਨੂੰ ਕੀ ਅਹੁਦਾ ਸੰਭਾਲਿਆ ਗਿਆ, ਉਹਨਾਂ ਨੂੰ ਅਹੁਦਾ ਸੌਂਪਿਆ ਗਿਆ। ਸੋ ਅੱਜ ਦੇ ਲੈਕਚਰ ਲਈ ਇੰਨਾ ਹੀ ਹੈ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹ ਲੈਕਚਰ ਵਧੀਆ ਲੱਗੇਗਾ, ਇਹ ਤੁਹਾਡਾ ਜਿਹੜਾ ਹੈਗਾ ਇਸ ਲੈਕਚਰ ਨਾਲ ਤੁਹਾਡਾ ਜਿਹੜਾ ਟਾਈਮ ਯੂਟੀਲਾਈਜ਼ ਹੋਇਆ ਹੋਏਗਾ। ਸੋ ਆਈ ਹੋਪ ਗਾਈਜ਼ ਮੈਂ ਇਹ ਵੀ ਹੋਪ ਕਰਦਾ ਜਿਹੜੇ ਤੁਸੀਂ ਨੈਕਸਟ ਲੈਕਚਰਸ ਲਈ ਪ੍ਰੀਪੇਅਰ ਹੋਗੇ ਅਤੇ ਆਪਾਂ ਕੀ ਨੈਕਸਟ ਲੈਕਚਰ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਮੇਕਿੰਗ ਆਫ ਇੰਡੀਅਨ ਕੰਸਟੀਟਿਊਸ਼ਨ ਦੇ ਨਾਲ ਰਿਲੇਟਡ ਉਹ ਆਪਾਂ ਕੱਲ੍ਹ ਲੈ ਕੇ ਆਵਾਂਗੇ। ਬਾਕੀ ਜਿਹੜਾ ਪਰਸੋਂ ਤੋਂ ਆਪਾਂ ਕੀ ਜਿਹੜਾ ਹੈਗਾ ਲੈਕਚਰਸ ਜਿਹੜੇ ਹੈਗੇ ਨਿਊ ਟੋਪਿਕ ਦੇ ਨਾਲ ਆਪਾਂ ਜਿਹੜਾ ਹੈਗਾ ਨਿਊ ਲੈਕਚਰ ਆਪਾਂ ਸਟਾਰਟ ਕਰਾਂਗੇ। ਸੋ ਥੈਂਕ ਯੂ ਸੋ ਮਚ ਗਾਈਜ਼, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨਸ। ਥੈਂਕ ਯੂ ਸੋ ਮਚ।